Good morning, students, and welcome to the social science class. Students, today we are going to start a chapter from your history book. This is chapter number 4, Pastoralists in the Modern World. ठीक है, सो फर्स्ट ऑफ ऑल ਪੈਸਟਰਲਸ ਕੀ ਹੁੰਦੇ ਨੇ। ਪੈਸਟਰਲਸ ਜਿਹੜੇ ਆ ਉਹਨਾਂ ਨੂੰ ਆਪਾਂ ਕੀ ਕਹਿ ਸਕਦੇ, ਚਰਵਾਹੇ ਵੀ ਕਹਿ ਸਕਦੇ ਹਾਂ, ਅਤੇ ਇਹ ਨੋਮਡਸ ਹੁੰਦੇ ਆ। ਠੀਕ ਹੈ, ਹੁਣ ਨੋਮਡਸ ਕੀ ਹੁੰਦੇ ਆ? ਨੋਮਡਸ ਆਰ ਪੀਪਲ ਹੂ ਡੋਂਟ ਲਿਵ ਇਨ ਵਨ ਪਲੇਸ ਬਟ ਮੂਵ ਫਰੋਮ ਵਨ ਏਰੀਆ ਟੂ ਅਨਦਰ ਟੂ ਅਰਨ ਦੇਅਰ ਲਿਵਿੰਗ। ਹੁਣ ਨੋਮਡਸ ਉਹ ਪੀਪਲ ਹੁੰਦੇ ਆ ਜਿਹੜੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਾਂਦੇ ਆ ਆਪਣੀ ਲਿਵਿੰਗ ਮਤਲਬ ਆਪਣਾ ਰੋਜ਼ਗਾਰ ਕਮਾਉਣ ਵਾਸਤੇ। ਠੀਕ ਹੈ, ਸੋ ਇਹਨਾਂ ਦੀਆਂ ਅਲੱਗ-ਅਲੱਗ ਟਾਈਪਸ ਹੁੰਦੀਆਂ ਆ। ਫਰਸਟ ਟਾਈਪ ਹੈ ਗੁੱਜਰ ਬਾਕਰਵਾਸ ਆਫ ਜੰਮੂ ਐਂਡ ਕਸ਼ਮੀਰ। ਜੰਮੂ ਅਤੇ ਕਸ਼ਮੀਰ ਦੇ ਗੁੱਜਰ ਬਾਕਰਵਾਸ ਇੱਕ ਟਾਈਪ ਆ ਪੈਸਟਰਲਿਸਟ ਦੀ। ਠੀਕ ਹੈ, ਸੋ ਇਹਨਾਂ ਦੇ ਲਾਈਫ ਸਟਾਈਲ ਕਿੱਦਾਂ ਦਾ ਅਸੀਂ ਦੇਖਾਂਗੇ, ਕਿੱਦਾਂ ਇਹ ਮੂਵ ਕਰਦੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ। ਦੇ ਆਰ ਗ੍ਰੇਟ ਹਰਡਰਸ ਆਫ ਗੋਟ ਐਂਡ ਸ਼ੀਪ। ਮੈਨੀ ਆਫ ਦੈਮ ਮਾਈਗ੍ਰੇਟਿਡ ਟੂ ਦਿਸ ਰੀਜਨ ਇਨ 19th century in search of pastures for their animals। ਹੁਣ ਇਹ ਜਿਹੜੇ ਆ ਹਰਡਰਸ, ਗ੍ਰੇਟ ਹਰਡਰਸ ਆਫ ਗੋਟ ਐਂਡ ਸ਼ੀਪ, ਗੋਟ ਅਤੇ ਸ਼ੀਪ ਨੂੰ ਜ਼ਿਆਦਾਤਰ ਪਾਲਦੇ ਆ, ਭੇਡ ਬੱਕਰੀ ਨੂੰ। ਦੈਨ ਇਹ 19th century ਦੇ ਵਿੱਚ ਮਾਈਗ੍ਰੇਟ ਹੋ ਕੇ ਆਏ ਆ। ਮਾਈਗ੍ਰੇਟ ਆਈ ਹੋਪ ਤੁਹਾਨੂੰ ਪਤਾ ਆ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਤੇ ਜਦੋਂ ਜਾਂਦੇ ਆ ਰੋਜ਼ਗਾਰ ਕਮਾਉਣ ਵਾਸਤੇ। ਠੀਕ ਹੈ, ਸੋ ਇਹ 19th century ਦੇ ਵਿੱਚ ਜਿਹੜੇ ਆ ਇਹਨਾਂ ਜਿਹੜੇ ਆ ਮਾਈਗ੍ਰੇਟ ਹੋ ਕੇ ਇਸ ਰੀਜਨ ਦੇ ਵਿੱਚ ਜੰਮੂ ਐਂਡ ਕਸ਼ਮੀਰ ਦੇ ਵਿੱਚ ਆਏ। In winter, they lived with their herds in the low hills of the Shivalik range। ਵਿੰਟਰ ਦੇ ਵਿੱਚ ਕੀ ਕਰਦੇ ਆ? ਸ਼ਿਵਾਲਿਕ ਹਿਲਸ ਦੀ ਜਿਹੜੀ ਰੇਂਜ ਆ ਉੱਥੇ ਆ ਕੇ ਲੋਅਰ ਹਿਲਸ ਦੇ ਵਿੱਚ ਰਹਿੰਦੇ ਆ। ਪਹਿਲਾਂ ਇਹ ਮਾਊਂਟੇਨਸ ਦੇ ਉੱਤੇ ਰਹਿੰਦੇ ਆ ਉੱਪਰ। ਹੁਣ ਸਾਨੂੰ ਪਤਾ ਹੈ ਜੰਮੂ ਅਤੇ ਕਸ਼ਮੀਰ ਦਾ ਜਿਹੜਾ ਏਰੀਆ ਹੈ ਉਹ ਮਾਊਂਟੇਨੀਅਰ ਏਰੀਆ ਆ। ਠੀਕ ਹੈ, ਸੋ ਇਹ ਜਦੋਂ ਹੁਣ ਮਾਊਂਟੇਨਸ ਏਰੀਆ ਜਿਹੜਾ ਆ ਸਰਦੀਆਂ ਦੇ ਵਿੱਚ ਉਹਦਾ ਟੈਂਪਰੇਚਰ ਹਾਈ ਹੋ ਜਾਂਦਾ, ਠੰਡ ਹੋ ਜਾਂਦੀ ਹੈ, ਅਤੇ ਤੁਸੀਂ ਉੱਪਰ ਏਰੀਆ ਦੇ ਵਿੱਚ ਨਹੀਂ ਰਹਿ ਸਕਦੇ, ਬਹੁਤ ਮੁਸ਼ਕਿਲਾਂ ਆਉਂਦੀਆਂ। ਇਸ ਕਰਕੇ ਲੋਅਰ ਹਿਲਸ ਦੇ ਵਿੱਚ ਆ ਜਾਂਦੇ ਆ ਡਿਊਰਿੰਗ ਵਿੰਟਰ। ਬਾਏ ਦਾ ਐਂਡ ਆਫ ਅਪ੍ਰੈਲ ਦੇ ਬਿਗੇਨ ਦੇਅਰ ਨਾਰਦਰਨ ਮਾਰਚ ਫॉर ਦੇਅਰ ਸਮਰ ਗ੍ਰੇਜ਼ਿੰਗ ਗਰਾਊਂਡਸ। ਫਿਰ ਜਦੋਂ ਅਪ੍ਰੈਲ ਦਾ ਐਂਡਿੰਗ ਹੋਣ ਵਾਲੀ ਹੁੰਦੀ ਆ, ਜਦੋਂ ਗਰਮੀ ਹੋਣੀ ਸ਼ੁਰੂ ਹੋ ਜਾਂਦੀ ਆ, ਦੈਨ ਇਹ ਕੀ ਕਰਦੇ ਆ, ਨੌਰਥ ਏਰੀਆ ਵੱਲ ਮੂਵ ਕਰਨਾ ਸ਼ੁਰੂ ਕਰ ਦਿੰਦੇ ਆ ਆਪਣੇ ਪਸ਼ੂਆਂ ਨੂੰ ਚਰਾਉਣ ਵਾਸਤੇ। ਹੁਣ ਇਹ ਮੂਵ ਕਿਉਂ ਕਰਦੇ ਆ? ਆਪਣੇ ਪਸ਼ੂਆਂ ਨੂੰ ਚਰਾਉਣ ਵਾਸਤੇ। ਹੁਣ ਪਸ਼ੂਆਂ ਨੂੰ ਚਰਾ ਕੇ ਉਹਨਾਂ ਤੋਂ ਕੀ ਕਰਦੇ, ਉਹਨਾਂ ਦਾ ਰੋਜ਼ਗਾਰ ਦਾ ਸਾਧਨ ਹੀ ਉਹਨਾਂ ਦੇ ਜਿਹੜੇ ਪਸ਼ੂ ਆ। ਠੀਕ ਹੈ, ਉਹਨਾਂ ਤੋਂ ਜਿੱਦਾਂ ਸ਼ੀਪ ਹੈ, ਗੋਟ ਹੈ। ਠੀਕ ਹੈ, ਸ਼ੀਪ ਤੋਂ ਜਿਹੜੀ ਆ ਸਾਨੂੰ ਪਤਾ ਹੈ ਵੂਲ ਮਿਲਦੀ ਆ। ਠੀਕ ਹੈ, ਗੋਟ ਆ ਉਹਦੇ ਤੋਂ ਇਹ ਉਹਨਾਂ ਦਾ ਦੁੱਧ ਵੇਚ ਕੇ ਜਾਂ ਦੁੱਧ ਤੋਂ ਬਣਾਏ ਹੋਏ ਪ੍ਰੋਡਕਟਸ ਵੇਚ ਕੇ ਕਮਾਈ ਕਰਦੇ ਸੀ। ਠੀਕ ਹੈ, ਨੈਕਸਟ ਹੈਗੇ ਆ ਗੱਦੀ ਸ਼ੈਪਰਡਸ ਆਫ ਹਿਮਾਚਲ ਪ੍ਰਦੇਸ਼। ਗੱਦੀ ਸ਼ੈਪਰਡਸ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਜਿਹੜੇ। ਠੀਕ ਹੈ, ਹੁਣ ਇਹਨਾਂ ਦਾ ਲਾਈਫ ਸਟਾਈਲ ਕੀ ਹੈ? ਦੇ ਟੂ ਸਪੈਂਡ ਦੇਅਰ ਵਿੰਟਰ ਇਨ ਦਾ ਲੋ ਹਿਲਸ ਆਫ ਸ਼ਿਵਾਲਿਕ ਰੇਂਜ। ਇਹ ਵੀ ਗੁੱਜਰ ਬਾਕਰਵਾਸ ਦੀ ਤਰ੍ਹਾਂ ਵਿੰਟਰ ਜਿਹੜਾ ਆ ਲੋਅਰ ਹਿਲਸ ਦੇ ਵਿੱਚ ਹੀ ਬਿਤਾਉਂਦੇ ਆ। ਬਟ ਇਹ ਯਾਦ ਰੱਖਣਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਆ, ਸੋ ਹਿਮਾਚਲ ਪ੍ਰਦੇਸ਼ ਦੇ ਜਿਹੜੀਆਂ ਲੋਅਰ ਹਿਲਸ ਆ ਉੱਥੇ ਰਹਿੰਦੇ ਆ ਸ਼ਿਵਾਲਿਕ ਰੇਂਜ ਦੇ ਵਿੱਚ। ਹੁਣ ਸ਼ਿਵਾਲਿਕ ਰੇਂਜ ਜਿਹੜੀ ਆ ਬਹੁਤ ਏਰੀਆ ਦੇ ਵਿੱਚ, ਬਹੁਤ ਲੰਬੇ ਏਰੀਆ ਦੇ ਵਿੱਚ ਫੈਲੀ ਹੋਈ ਆ। ਜੰਮੂ ਕਸ਼ਮੀਰ ਹੋ ਗਿਆ, ਹਿਮਾਚਲ ਪ੍ਰਦੇਸ਼ ਹੋ ਗਿਆ, ਇਹ ਸਾਰੇ ਕੀ ਆ ਨਾਲ ਪੈਂਦੇ ਆ ਜੇ ਤੁਸੀਂ ਇੰਡੀਆ ਦਾ ਮੈਪ ਦੇਖੋ ਤਾਂ। ਠੀਕ ਹੈ ਨਾ, ਸੋ ਇਹ ਸਾਰੇ ਮਾਊਂਟੇਨ ਏਰੀਆ ਆ। ਸੋ ਇਹ ਵੀ ਕੀ ਕਰਦੇ ਆ, ਜਦੋਂ ਵਿੰਟਰ ਦੇ ਵਿੱਚ ਗੱਦੀ ਸ਼ੈਪਰਡਸ ਵੀ ਨੀਚੇ ਵਾਲੇ ਏਰੀਆ ਦੇ ਵਿੱਚ ਆ ਜਾਂਦੇ। ਸ਼ੈਪਰਡਸ ਜਿਹੜੇ ਹੁੰਦੇ ਆ ਉਹ ਕੀ ਹੁੰਦੇ ਆ, ਭੇਡ ਬੱਕਰੀਆਂ ਜਿਹੜੇ ਚਰਾਉਂਦੇ ਆ। ਸੋ ਗੱਦੀ ਜਿਹੜੇ ਆ ਉਹ ਬੇਸਿਕਲੀ ਜਿਹੜੇ ਆ ਗੋਟ ਅਤੇ ਸ਼ੀਪ ਨੂੰ ਹੀ ਪਾਲਦੇ ਆ। ਬਾਈ ਅਪ੍ਰੈਲ ਦੇ ਮੂਵ ਨੌਰਥ ਐਂਡ ਸਪੈਂਡ ਦ ਸਮਰ ਇਨ ਲਾਹੌਲ ਐਂਡ ਸਪੀਤੀ। ਅਪ੍ਰੈਲ ਦੇ ਸ਼ੁਰੂਆਤ ਦੇ ਵਿੱਚ ਇਹ ਵੀ ਕੀ ਕਰਦੇ ਆ, ਲਾਹੌਲ ਅਤੇ ਸਪੀਤੀ ਵੱਲ ਮੂਵ ਕਰਨਾ ਸ਼ੁਰੂ ਕਰ ਦਿੰਦੇ ਆ ਚਾਰੇ ਦੀ ਖੋਜ ਦੇ ਵਿੱਚ। ਵੈਨ ਦ ਸਨੋ ਮੈਲਟਿਡ ਮੈਨੀ ਆਫ ਦੈਮ ਮੂਵਡ ਔਨ ਟੂ ਹਾਈਅਰ ਮਾਊਂਟੇਨ ਮੀਡੋਜ਼। ਫਿਰ ਜਦੋਂ ਗਰਮੀ ਦੇ ਨਾਲ ਬਰਫ਼ ਪਿਘਲਦੀ ਆ ਅਤੇ ਮਾਊਂਟੇਨ ਏਰੀਆ ਜਿਹੜਾ ਸਾਫ਼ ਹੋ ਜਾਂਦਾ ਹੈ, ਅਤੇ ਇਹਨਾਂ ਵਿੱਚੋਂ ਕੁਛ ਜਿਹੜੇ ਆ ਹਾਈਅਰ ਮਾਊਂਟੇਨਸ ਏਰੀਆ ਦੇ ਵਿੱਚ ਚਲੇ ਜਾਂਦੇ ਆ। This pattern of cyclical movement between summer and winter pastures were typical of many pastoral communities of the Himalayas, including the Bhotiyas, Sherpas and Kinauris। ਹੁਣ ਇਹ ਜਿਹੜੇ ਕਹਿੰਦੇ ਜਿਹੜਾ ਸਾਈਕਲ ਚੱਲਦਾ ਹੈ, ਸਾਈਕਲ ਮਤਲਬ ਵਿੰਟਰ ਦੇ ਵਿੱਚ ਉਹ ਲੋਅਰ ਹਿਲਸ ਦੇ ਵਿੱਚ ਹੁੰਦੇ ਆ, ਦੈਨ ਗਰਮੀ ਆਉਂਦੀ ਆ ਉਹ ਫਿਰ ਅੱਪਰ ਹਿਲਸ ਦੇ ਵਿੱਚ ਚਲੇ ਜਾਂਦੇ ਆ ਜਾਂ ਹੋਰ ਕਿਤੇ ਮੂਵ ਕਰ ਜਾਂਦੇ ਆ ਆਪਣੇ ਚਾਰੇ ਦੀ ਖੋਜ ਦੇ ਵਿੱਚ। ਠੀਕ ਹੈ, ਹੁਣ ਕਹਿੰਦੇ ਜਿਹੜਾ ਸਾਈਕਲ ਚੱਲਦਾ ਆ ਇਹਨਾਂ ਦਾ, ਇਹ ਕੀ ਆ, ਇਹ ਨਾਰਮਲ ਇਹਨਾਂ ਦੀ ਜਿਹੜੀ ਆ ਰੂਟੀਨ ਕਹਿ ਸਕਦੇ ਹਾਂ ਆਪਾਂ। ਠੀਕ ਹੈ, ਹੁਣ ਇਹ ਜਿਹੜਾ ਸਾਈਕਲ ਆ
ਜਿਹੜੀਆਂ ਹੋਰ ਕਮਿਊਨਿਟੀਜ਼ ਆ ਹਿਮਾਲਿਆ ਦੀਆਂ, ਜਿੱਦਾਂ ਭੋਤੀਆਜ਼ ਆ, ਸ਼ਰਪਾਜ਼ ਆ, ਕਿਨੌਰੀਜ਼ ਆ, ਇਹਨਾਂ ਦੇ ਵਿੱਚ ਵੀ ਚੱਲਦਾ ਆ ਇਹ। ਠੀਕ ਹੈ, ਹੁਣ ਆਪਾਂ ਗੱਦੀ ਪੜ੍ਹਿਆ, ਹੁਣ ਉਹਨਾਂ ਦੀਆਂ ਹਿਮਾਲਿਆਜ਼ ਦੇ ਵਿੱਚ ਰਹਿਣ ਵਾਲੇ ਸ਼ੈਪਰਡਸ ਦੀਆਂ ਹੋਰ ਵੀ ਟਾਈਪਸ ਆ, ਭੋਤੀਆਜ਼, ਸ਼ਰਪਾਜ਼ ਅਤੇ ਕਿਨੌਰੀਜ਼, ਰਾਈਟ। ਨੈਕਸਟ ਹੈ ਕਿ ਹੁਣ ਤਾਂ ਅਸੀਂ ਪੜ੍ਹਿਆ ਕਿ ਮਾਊਂਟੇਨ ਦੇ ਏਰੀਆ ਦੇ ਵਿੱਚ ਜਿਹੜੇ ਰਹਿਣ ਵਾਲੇ ਸੀਗੇ। ਹੁਣ ਅਸੀਂ ਪੜ੍ਹਾਂਗੇ ਕਿ ਪਲੈਚੂ, ਪਲੇਨਸ ਐਂਡ ਡੈਜ਼ਰਟਸ ਦੇ ਵਿੱਚ ਰਹਿਣ ਵਾਲੇ ਜਿਹੜੇ ਸੀਗੇ ਪੈਸਟਲਿਸਟ, ਉਹਨਾਂ ਦੀ ਲਾਈਫ ਸਟਾਈਲ ਕਿੱਦਾਂ ਦਾ ਸੀ। Not all pastoralists operated in the mountains, they were also to be found in the plateaus, plains and deserts of India. ਹੁਣ ਸਿਰਫ ਤੇ ਸਿਰਫ ਕਹਿੰਦੇ ਮਾਊਂਟੇਨਸ ਦੇ ਵਿੱਚ ਹੀ ਨਹੀਂ ਪਾਏ ਜਾਂਦੇ ਜਿਹੜੇ ਪੈਸਟਲਿਸਟ ਆ, ਉਹ ਪਲੈਟਿਊਸ, ਪਲੇਨਸ ਐਂਡ ਡੈਜ਼ਰਟਸ ਦੇ ਏਰੀਆ ਦੇ ਵਿੱਚ ਵੀ ਪਾਏ ਜਾਂਦੇ ਆ। ਹੁਣ ਕਿੱਥੇ ਕਿੱਥੇ ਅਤੇ ਕਿਹੜੇ ਕਿਹੜੇ ਪਾਏ ਜਾਂਦੇ ਆ? ਪਹਿਲਾ ਹੈਗਾ ਆ ਡਾਂਗਰਸ ਆਫ ਮਹਾਰਾਸ਼ਟਰਾ। ਮਹਾਰਾਸ਼ਟਰ ਦੇ ਵਿੱਚ ਰਹਿਣ ਵਾਲੇ ਜਿਹੜੇ ਪੈਸਟਲਿਸਟ ਆ ਉਹਨਾਂ ਨੂੰ ਡਾਂਗਰਸ ਕਿਹਾ ਜਾਂਦਾ ਆ। ਮੋਸਟ ਆਫ ਦੈਮ ਵਰ ਸ਼ੈਪਰਡਸ, ਬਹੁਤ ਸਾਰੇ ਉਹਨਾਂ ਦੇ ਵਿੱਚੋਂ ਕੀ ਸੀ? ਸ਼ੈਫਰਡ ਸੀ। ਸ਼ੈਫਰਡਸ ਮੈਂ ਤੁਹਾਨੂੰ ਦੱਸਿਆ ਜਿਹੜੇ ਭੇਡ ਬੱਕਰੀ ਚਰਾਉਂਦੇ ਆ। ਸਮ ਵਰ ਬਲੈਂਕਟ ਵੀਵਰਸ, ਕਈ ਉਹਨਾਂ ਦੇ ਵਿੱਚੋਂ ਬਲੈਂਕਟ ਮਤਲਬ ਕੰਬਲ ਬੁਣਨ ਵੀਵਰ ਹੁੰਦੇ, ਬੁਣਨਾ ਜਿਹੜੇ ਬੁਣਦੇ ਆ। ਠੀਕ ਹੈ, ਕੁਛ ਕੱਪੜਾ ਬੁਣਨ ਦਾ ਕੰਮ ਕਰਦੇ, ਬਲੈਂਕਟ ਬੁਣਨ ਦਾ ਕੰਮ ਕਰਦੇ ਸੀ। ਸਟਿਲ ਅਦਰਸ ਵਰ ਬਫੈਲੋ ਹਰਡਰਸ, ਕੁਛ ਜਿਹੜੇ ਉਹ ਬਫੈਲੋ ਹਰਡਰਸ ਵੀ ਸੀਗੇ, ਬਫੈਲੋਜ਼ ਨੂੰ ਵੀ ਪਾਲਦੇ ਸੀ। ਦੇ ਸਟੇਡ ਇਨ ਦਾ ਸੈਂਟਰਲ ਪੈਚੂ ਆਫ ਮਹਾਰਾਸ਼ਟਰ ਡਿਊਰਿੰਗ ਦਾ ਮੌਨਸੂਨ। ਹੁਣ ਜਦੋਂ ਮੌਨਸੂਨ ਆ ਜਾਂਦਾ ਆ ਉਦੋਂ ਇਹ ਕਿੱਥੇ ਰਹਿੰਦੇ ਆ? ਇਹ ਰਹਿੰਦੇ ਆ ਮਹਾਰਾਸ਼ਟਰ ਦੇ ਪਲੈਚੂ ਦੇ ਏਰੀਆ ਦੇ ਵਿੱਚ। ਇੱਥੇ ਮੌਨਸੂਨ ਦੇ ਸਪੈਲਿੰਗ ਬਾਈ ਮਿਸਟੇਕ ਗਲਤ ਲਿਖੇ ਗਏ ਆ। I'll correct that, students. Then next is ਰਾਇਕਾਸ of ਰਾਜਸਥਾਨ। ਰਾਜਸਥਾਨ ਦੇ ਰਾਇਕਾਸ, ਰਾਜਸਥਾਨ ਦੇ ਵਿੱਚ ਰਹਿਣ ਵਾਲੇ ਪੈਸਟਰਲਸ ਨੂੰ ਰਾਇਕਾਸ ਕਿਹਾ ਜਾਂਦਾ ਆ। ਰਾਇਕਾਸ ਕੰਬਾਈਨ ਕਲਟੀਵੇਸ਼ਨ ਵਿਦ ਪੈਸਟਰਲਿਜ਼ਮ, ਉਹ ਹੁਣ ਕਲਟੀਵੇਸ਼ਨ ਵੀ ਕਰਦੇ, ਖੇਤੀਬਾੜੀ ਵੀ ਕਰਦੇ ਆ ਅਤੇ ਪੈਸਟਲਿਸ ਦਾ ਵੀ ਕੰਮ ਕਰਦੇ ਆ। ਡਿਊਰਿੰਗ ਦਾ ਮੌਨਸੂਨ ਦ ਰਾਇਕਾਸ ਆਫ ਬਰਮੇਰ, ਜੈਸਲਮੇਰ, ਜੋਧਪੁਰ ਐਂਡ ਬੀਕਾਨੇਰ ਸਟੇਡ ਇਨ ਦੇਅਰ ਹੋਮ ਵਿਲੇਜਿਸ। ਹੁਣ ਇਹ ਜਿਹੜੇ ਜਿੰਨੀਆਂ ਵੀ ਟਾਈਪਸ ਆ ਰਾਇਕਾਸ ਦੀਆਂ, ਇਹ ਜਿੰਨੇ ਵੀ ਏਰੀਆਜ਼ ਦੱਸੇ ਗਏ ਸਾਰੇ ਰਾਜਸਥਾਨ ਦੇ ਵਿੱਚ ਪਾਏ ਜਾਂਦੇ ਆ। ਕਹਿੰਦੇ ਕਿ ਮੌਨਸੂਨ ਦੇ ਡਿਊਰਿੰਗ ਇਹ ਆਪਣੇ ਵਿਲੇਜਿਸ ਦੇ ਵਿੱਚ ਹੀ ਰਹਿੰਦੇ, ਕਿਉਂਕਿ ਮੌਨਸੂਨ ਦੇ ਵਿੱਚ ਇੱਧਰ ਉੱਧਰ ਮੂਵ ਕਰਨਾ ਕੀ ਹੁੰਦਾ? ਔਖਾ ਹੁੰਦਾ ਆ। ਵਨ ਗਰੁੱਪ ਆਫ ਰਾਇਕਾਸ ਨੋਨ ਐਜ਼ ਦਾ ਮਾਰੂ ਰਾਇਕਾਸ ਹਰਡਡ ਕੈਮਲਸ ਐਂਡ ਅਨਦਰ ਗਰੁੱਪ ਰੇਅਰਡ ਸ਼ੀਪ ਐਂਡ ਗੋਡ। ਹੁਣ ਇਹਨਾਂ ਦੇ ਵਿੱਚੋਂ ਜਿਹੜਾ ਕਹਿੰਦੇ ਇੱਕ ਗਰੁੱਪ ਆ ਰਾਇਕਾਸ ਦਾ, ਮਾਰੂ ਜਿਹਨੂੰ ਕਿਹਾ ਜਾਂਦਾ ਆ, ਉਹ ਕੀ ਕਰਦੇ ਆ? ਕੈਮਲਸ ਨੂੰ ਵੀ ਪਾਲਦੇ ਆ। ਹੁਣ ਜਿੱਦਾਂ ਕਿ ਸਾਨੂੰ ਪਤਾ ਹੈ ਰਾਜਸਥਾਨ ਦੇ ਵਿੱਚ ਕੈਮਲਸ ਜ਼ਿਆਦਾ ਮਿਲਦੇ ਆ, ਕਿਉਂਕਿ ਡੈਜ਼ਰਟ ਦਾ ਜਿਹੜਾ ਸ਼ਿਪ ਕਿਹਾ ਜਾਂਦਾ ਆ ਕੈਮਲ ਨੂੰ। ਠੀਕ ਹੈ, ਕਿਉਂਕਿ ਕੈਮਲ ਜਿਹੜਾ ਆ ਉਹ ਰੇਤੀਲੀ ਜਗ੍ਹਾ ਦੇ ਉੱਤੇ ਚੰਗੀ ਤਰ੍ਹਾਂ ਮੂਵ ਕਰ ਸਕਦਾ, ਈਜ਼ੀਲੀ ਮੂਵ ਕਰ ਸਕਦਾ ਹੈ। ਕੁਝ ਜਿਹੜੇ ਆ ਜਿਹੜੇ ਮਾਰੂ ਰਾਇਕਾਸ ਆ ਉਹ ਕੈਮਲਸ ਨੂੰ ਹੀ ਪਾਲਦੇ ਆ। ਦੈਨ ਜਿਹੜੇ ਕੁਛ ਆ ਉਹ ਸ਼ੀਪ ਅਤੇ ਗੋਟ ਨੂੰ ਵੀ ਪਾਲਦੇ ਆ। ਹੁਣ ਇਹ ਦੇਖੋ ਤੁਸੀਂ ਇਮੇਜ ਦੇਖ ਰਹੇ ਹੋ, ਇੱਕ ਫੇਅਰ ਦੀ ਆ। ਫੇਅਰ ਮਤਲਬ ਮੇਲਾ ਲਗਾਇਆ ਜਾਂਦਾ ਊਂਠਾਂ ਦਾ, ਜਿੱਥੇ ਊਂਠ ਜਿਹੜੇ ਆ ਖਰੀਦੇ ਅਤੇ ਵੇਚੇ ਜਾਂਦੇ ਆ ਰਾਇਕਾਸ ਦੇ ਦੁਆਰਾ। ਔਰ ਰਾਜਸਥਾਨ ਦੇ ਵਿੱਚ ਇਹ ਜਗ੍ਹਾ ਆ ਜਿੱਥੇ ਇਹ ਮੇਲਾ ਲੱਗਦਾ ਆ, ਕਿਉਂਕਿ ਉੱਥੇ ਜ਼ਿਆਦਾਤਰ ਹੁੰਦੀ ਆ ਕੈਮਲ ਜਿਹੜੇ ਮਿਲਦੇ ਆ। ਹੁਣ ਇਹਦਾ ਲਾਈਫ ਸਟਾਈਲ ਜਿਹੜਾ ਹੈ ਤੁਸੀਂ ਦੇਖ ਸਕਦੇ ਹੋ, ਸਿਰ 'ਤੇ ਪਗੜੀ ਹੈ, ਪਹਿਰਾਵਾ ਇਹਨਾਂ ਦਾ ਸਾਦਾ ਆ। ਔਰ ਇਹ ਓਪਨ ਦੇ ਵਿੱਚ ਜਿੱਥੇ ਵੀ ਮੂਵ ਕਰਦੇ ਆ ਉੱਥੇ ਬਹਿ ਕੇ ਖਾਣਾ ਖਾ ਰਹੇ ਆ। ਠੀਕ ਹੈ, ਉੱਥੇ ਹੀ ਇਹ ਟੈਂਪਰੇਰੀ ਜੇ ਘਰ ਬਣਾ ਕੇ ਫਿਰ ਰਹਿੰਦੇ ਵੀ ਆ। ਇਹਨਾਂ ਦੇ ਘਰ ਜਿਹੜੇ ਹੁੰਦੇ ਉਹ ਪੱਕੇ ਨਹੀਂ ਹੁੰਦੇ, ਤੁਸੀਂ ਦੇਖ ਸਕਦੇ ਹੋ ਕੱਚੇ ਆ। ਔਰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਇਹ ਮੂਵ ਕਰਦੇ ਰਹਿੰਦੇ ਆ। ਠੀਕ ਹੈ, ਦੈਨ ਕਲੋਨੀਅਲ ਰੂਲ ਐਂਡ ਪੈਸਟਰਲ ਲਾਈਫ। ਹੁਣ ਕਲੋਨੀਅਲ ਮਤਲਬ ਅੰਗਰੇਜ਼ਾਂ ਦਾ, ਬ੍ਰਿਟਿਸ਼ਰਸ ਦਾ ਜਦੋਂ ਰਾਜ ਆਇਆ, ਫਿਰ ਪੈਸਟਰਲਸ ਦੀ ਜਿਹੜੀ ਲਾਈਫ ਆ ਉਹਦੇ ਉੱਤੇ ਕੀ ਇਫੈਕਟ ਪਿਆ। ਹੁਣ ਉਹਨਾਂ ਦੀ ਲਾਈਫ ਦੇ ਉੱਤੇ ਵੀ ਇਫੈਕਟ ਪਿਆ, ਕਿਉਂਕਿ ਪਤਾ ਹੈ ਸਾਨੂੰ ਬ੍ਰਿਟਿਸ਼ਰਸ ਦੇ ਆਉਣ ਦੇ ਨਾਲ ਪੂਰੇ ਇੰਡੀਆ ਦੇ ਲੋਕਾਂ ਦੇ ਉੱਤੇ, ਉਹਨਾਂ ਦੇ ਲਾਈਫ ਸਟਾਈਲ ਦੇ ਉੱਤੇ ਬਹੁਤ ਇਫੈਕਟ ਪਿਆ ਸੀ। ਬਹੁਤ ਜੋ ਹੋਈਆਂ ਸੀਗੀਆਂ ਮੂਵਮੈਂਟਸ ਹੋਈਆਂ ਸੀਗੀਆਂ ਉਹਨਾਂ ਨੂੰ ਦੇਸ਼ ਤੋਂ ਬਾਹਰ ਕੱਢਣ ਵਾਸਤੇ। ਠੀਕ ਹੈ, ਸੋ ਪੈਸਟਲਿਸ ਦੇ ਉੱਤੇ ਵੀ ਉਹਨਾਂ ਦਾ ਪ੍ਰਭਾਵ ਪਿਆ। ਕੀ ਪ੍ਰਭਾਵ ਪਿਆ ਅਸੀਂ ਦੇਖਾਂਗੇ। ਤੁਸੀਂ ਦੇਖ ਸਕਦੇ ਹੋ ਇਸ ਇਮੇਜ ਦੇ ਵਿੱਚ ਕਿੰਨੇ ਬਰੂਟਲ ਸੀਗੇ ਜਿਹੜੇ ਬ੍ਰਿਟਿਸ਼ਰਸ ਸੀਗੇ, ਕਿ ਗਰੀਬ ਲੋਕਾਂ ਦਾ ਖੂਨ ਬਹਾ ਰਹੇ ਆ ਆਪ ਘੋੜਿਆਂ ਦੇ ਉੱਤੇ। ਔਰ ਉਹਨਾਂ ਦੇ ਕੱਪੜੇ ਵੀ ਕਿੰਨੇ ਵਧੀਆ ਨੇ, ਆਪਣਾ ਫਲੈਗ ਜਿਹੜਾ ਆ ਉਹਨੂੰ ਲਹਿਰਾ ਰਹੇ ਆ ਔਰ ਲੋਕਾਂ ਨੂੰ ਮਾਰ ਰਹੇ ਆ। Their grazing ground shrank, their movements were regulated and the revenue they had to pay increased. ਹੁਣ ਕਹਿੰਦੇ ਕਿ ਜਿਹੜਾ ਸੀਗਾ ਪੈਸਟਲਿਸ ਸੀਗੇ, ਉਹਨਾਂ ਦੇ ਜਿਹੜੇ ਏਰੀਆ ਸੀ ਜਿੱਥੇ ਉਹ ਗਰੇਜ਼ ਕਰਦੇ ਸੀ, ਜਾ ਕੇ ਚਰਾਉਂਦੇ ਸੀ ਆਪਣੇ ਪਸ਼ੂਆਂ ਨੂੰ। ਸ਼ਰੈਂਕ ਮਤਲਬ ਸੁੰਗੜਨਾ ਹੁੰਦਾ ਵੈਸੇ,
ਵੈਸੇ ਇੱਥੇ ਇਹਦਾ ਮਤਲਬ ਹੈਗਾ ਕਿ ਲਿਮਿਟਿਡ ਏਰੀਆ ਕਰ ਦਿੱਤਾ ਗਿਆ ਉਹਨਾਂ ਦਾ, ਕਿ ਤੁਸੀਂ ਇੱਕ ਲਿਮਿਟਿਡ ਏਰੀਆ ਦੇ ਵਿੱਚ ਹੀ ਜਾ ਕੇ ਕੰਮ ਕਰਾ ਸਕਦੇ ਹੋ, ਆਪਣੇ ਪਸ਼ੂ ਜਿਹੜੇ ਆ ਉਹਨਾਂ ਨੂੰ ਚਰਾ ਸਕਦੇ ਹੋ। ਦੈਨ ਉਹਨਾਂ ਦੀ ਜਿਹੜੇ ਮੂਵਮੈਂਟ ਸੀ ਉਹਨੂੰ ਰੈਗੂਲੇਟ ਕਰ ਦਿੱਤਾ ਗਿਆ ਕਿ ਤੁਸੀਂ ਆਪਣੀ ਮਰਜ਼ੀ ਨਾਲ ਕਿਤੇ ਨਹੀਂ ਘੁੰਮ ਸਕਦੇ। ਅਤੇ ਰਿਵੈਨਿਊ ਜਿਹੜੇ ਟੈਕਸ ਸੀ ਉਹ ਉਹਨਾਂ ਦਾ ਰੇਟ ਵਧਾ ਦਿੱਤਾ ਗਿਆ ਕਿ ਟੈਕਸ ਤੁਹਾਨੂੰ ਜ਼ਿਆਦਾ ਪੇ ਕਰਨੇ ਪੈਣਗੇ। ਫਸਟ ਦ ਕਲੋਨੀਅਲ ਸਟੇਟ ਵਾਂਟਡ ਟੂ ਟਰਾਂਸਫਾਰਮ ਆਲ ਗ੍ਰੇਜ਼ਿੰਗ ਲੈਂਡ ਇਨਟੂ ਕਲਟੀਵੇਟਿਡ ਫਾਰਮਸ। ਕਹਿੰਦੇ ਕਿ ਪਹਿਲਾਂ ਜਿਹੜਾ ਕੰਮ ਸੀਗਾ ਕਲੋਨੀਅਲ ਜਿਹੜੇ ਬ੍ਰਿਟਿਸ਼ਰ ਸੀਗੇ ਉਹ ਚਾਹੁੰਦੇ ਸੀ ਕਿ ਜਿਸ ਏਰੀਆ ਦੇ ਉੱਤੇ ਇਹ ਚਰਾ ਰਹੇ ਨੇ ਫ੍ਰੀ ਆਫ ਕਾਸਟ ਫਾਇਦਾ ਲੈ ਰਹੇ ਨੇ ਜਿਹੜੇ ਪੈਸਟਲਿਸਟ ਆ, ਕਿਉਂਕਿ ਉਹ ਚਰਾ ਕੇ ਕੀ ਕਰਦੇ ਆ, ਜਿਹੜੇ ਪੈਸਟਲਿਸਟ ਆ ਉਹ ਪਸ਼ੂਆਂ ਨੂੰ ਚਰਾ ਕੇ ਉਹਨਾਂ ਤੋਂ ਫਾਇਦਾ ਲੈ ਰਹੇ ਆ, ਉਹਨਾਂ ਦਾ ਦੁੱਧ ਵੇਚ ਰਹੇ ਆ ਜਾਂ ਫਿਰ ਉਹਨਾਂ ਦਾ ਵਪਾਰ ਕਰ ਰਹੇ ਆ, ਉਹਨਾਂ ਤੋਂ ਉੱਨ ਲੈ ਰਹੇ ਆ ਅਤੇ ਉਹ ਬਹੁਤ ਜ਼ਿਆਦਾ ਦਾ ਬੈਨੀਫਿਟ ਕਮਾ ਰਹੇ ਆ। ਹੁਣ ਉਹਨਾਂ ਦਾ ਰੋਜ਼ਗਾਰ ਹੀ ਇਹ ਆ। ਬਟ ਜਿਹੜੇ ਬ੍ਰਿਟਿਸ਼ਰਸ ਆ ਉਹ ਚਾਹੁੰਦੇ ਆ ਕਿ ਜਿਹੜੇ ਏਰੀਆ ਦੇ ਉੱਤੇ ਜਾਂਦੇ ਆ ਉੱਥੇ ਅਸੀਂ ਖੁਦ ਖੇਤੀ ਕਰਕੇ ਅਸੀਂ ਉਹਦਾ ਫਾਇਦਾ ਲਵਾਂਗੇ, ਇਹਨਾਂ ਨੂੰ ਫ੍ਰੀ ਦੇ ਵਿੱਚ ਫਾਇਦਾ ਨਹੀਂ ਦੇਣਾ। ਸੈਕਿੰਡ, ਵੇਰੀਅਸ ਫੋਰੈਸਟ ਐਕਟਸ ਵਰ ਆਲਸੋ ਬੀਇੰਗ ਇਨੈਕਟਿਡ ਇਨ ਦ ਡਿਫਰੈਂਟ ਪ੍ਰੋਵਿੰਸਿਸ ਮਤਲਬ ਸਟੇਟਸ ਕਹਿ ਸਕਦੇ ਹਾਂ। ਹੁਣ ਜਦੋਂ ਬ੍ਰਿਟਿਸ਼ਰਸ ਹੁੰਦੇ ਸੀ ਉਦੋਂ ਅਲੱਗ-ਅਲੱਗ ਪ੍ਰੋਵਿੰਸਿਸ ਬਣੇ ਸੀ ਉਹਨਾਂ ਦੇ, ਜਿੱਥੇ ਵੀ ਉਹਨਾਂ ਦਾ ਰੂਲ ਸੀਗਾ। ਹੁਣ ਇੱਕਦਮ ਉਹਨਾਂ ਦਾ ਪੂਰੇ ਇੰਡੀਆ ਦੇ ਵਿੱਚ ਰੂਲ ਨਹੀਂ ਹੋਇਆ, ਹੌਲੀ ਹੌਲੀ ਕਰਕੇ ਉਹਨਾਂ ਨੇ ਆਪਣੇ ਜਿਹੜੇ ਆ ਸਟੇਟਸ ਕਹਿ ਸਕਦੇ ਹਾਂ ਪ੍ਰੋਵਿੰਸਿਸ ਜਿਹੜੇ ਆ ਉਹ ਕਾਇਮ ਕੀਤੇ, ਅਤੇ ਉਹਨਾਂ ਨੇ ਆਪਣੇ ਜਿੱਥੇ ਉਹਨਾਂ ਦਾ ਪ੍ਰੋਵਿੰਸਿਸ ਬਣੇ ਬ੍ਰਿਟਿਸ਼ਰਸ ਦੇ, ਉਹਨਾਂ ਨੇ ਫੋਰੈਸਟ ਐਕਟ ਜਿਹੜੇ ਲਾਗੂ ਕਰ ਦਿੱਤੇ। ਇਸ ਐਕਟ ਦੇ ਅਕੋਰਡਿੰਗ ਜਿਹੜੇ ਪੈਸਟਲਿਸਟ ਸੀ ਉਹਨਾਂ ਨੂੰ ਕਿਤੇ ਵੀ ਆਉਣ ਜਾਣ ਦੀ ਬੇਫਜ਼ੂਲ ਮਨਾਹੀ ਕਰ ਦਿੱਤੀ ਕਿ ਉਹਨਾਂ ਨੂੰ ਟੈਕਸ ਦੇਣੇ ਪੈਂਦੇ ਸੀ ਜਾਣ ਵਾਸਤੇ। ਥਰਡ, ਬ੍ਰਿਟਿਸ਼ ਆਫੀਸ਼ੀਅਲਸ ਵਰ ਸਸਪੀਸ਼ੀਅਸ ਆਫ ਨੋਮੈਡਿਕ ਪੀਪਲ। ਬ੍ਰਿਟਿਸ਼ ਆਫੀਸ਼ੀਅਲਸ ਜਿਹੜੇ ਸੀਗੇ ਉਹ ਨੋਮੈਡਿਕ ਪੀਪਲ ਦੀ ਮੂਵਮੈਂਟ ਦੇ ਉੱਤੇ, ਉਹਨਾਂ ਦੇ ਆਉਣ ਦੇ ਉੱਤੇ ਸ਼ੱਕ ਕਰਦੇ ਸੀ। ਦੇ ਡਿਸਟਰਸਟਡ ਮੋਬਾਈਲ ਕ੍ਰਾਫਟਸਮੈਨ ਐਂਡ ਟ੍ਰੇਡਰਸ ਹੂ ਹੌਕ ਦੇਅਰ ਗੁੱਡਸ ਇਨ ਵਿਲੇਜਸ। ਹੁਣ ਜਿਹੜੇ ਗਲੀਆਂ ਦੇ ਵਿੱਚ ਹੌਕਾ ਦੇ ਕੇ ਛੋਟੇ ਮੋਟੇ ਜਿਹੜੇ ਵਪਾਰੀ ਸੀਗੇ, ਟ੍ਰੇਡਰ ਸੀ, ਉਹ ਆਪਣਾ ਸਮਾਨ ਵੇਚਦੇ ਸੀ ਵਿਲੇਜਸ ਦੇ ਵਿੱਚ, ਉਹਨਾਂ ਦੇ ਉੱਤੇ ਵੀ ਸ਼ੱਕ ਕਰਦੇ ਸੀ ਬ੍ਰਿਟਿਸ਼ਰਸ। They were now prevented from entering many forests that had earlier provided valuable forage for their cattle. ਹੁਣ ਪਹਿਲਾਂ ਕੀ ਕਰਦੇ ਸੀਗੇ ਪੈਸਟਲਿਸਟ, ਈਜ਼ੀਲੀ ਕਿਤੇ ਵੀ ਮੂਵ ਕਰਦੇ ਸੀਗੇ ਅਤੇ ਆਪਣੇ ਪਸ਼ੂਆਂ ਵਾਸਤੇ ਚਾਰਾ ਜਿਹੜਾ ਆ ਉਹ ਜੁਟਾ ਲੈਂਦੇ ਸੀਗੇ। ਠੀਕ ਹੈ, ਵੈਲਿਊਏਬਲ ਫੋਰੇਜ ਮਤਲਬ ਚਾਰਾ ਜਿਹੜਾ ਸੀਗਾ ਵਧੀਆ ਕਿਸਮ ਦਾ ਉਹ ਜੁਟਾ ਲੈਂਦੇ ਸੀ। ਬਟ ਬ੍ਰਿਟਿਸ਼ਰਸ ਦੇ ਆਉਣ ਦੇ ਨਾਲ ਇਸ ਸਾਰੀ ਚੀਜ਼ ਦੇ ਉੱਤੇ ਰੋਕ ਲੱਗ ਗਈ। ਬ੍ਰਿਟਿਸ਼ਰਸ ਨੇ ਉਹਨਾਂ ਨੂੰ ਕੀ ਕੀਤਾ, ਕਈਆਂ ਨੂੰ ਤਾਂ ਕਈ ਜਿਹੜੇ ਸੀਗੇ ਪੈਸਟਲਿਸਟ ਦੇ ਜਿਹੜੇ ਗਰੁੱਪਸ ਸੀਗੇ ਉਹਨਾਂ ਨੂੰ ਗੈਰ ਕਾਨੂੰਨੀ ਕਹਿ ਕੇ ਉਹਨਾਂ ਦੇ ਉੱਤੇ ਜਿਹੜੇ ਆ ਕੇਸਿਸ ਵੀ ਚਲਾਏ। ਠੀਕ ਹੈ। ਦੈਨ ਫੋਰਥ, ਟੈਕਸ ਵਾਜ਼ ਇੰਪੋਜ਼ਡ ਔਨ ਲੈਂਡ, ਔਨ ਕੈਨਾਲ ਵਾਟਰ ਐਂਡ ਔਨ ਸਾਲਟ ਐਂਡ ਔਨ ਟ੍ਰੇਡ ਗੁੱਡਸ ਐਂਡ ਈਵਨ ਔਨ ਐਨੀਮਲਸ। ਉਹਨਾਂ ਨੇ ਟੈਕਸ ਲਗਾ ਦਿੱਤੇ ਕਿਹਨਾਂ 'ਤੇ, ਧਰਤੀ ਲੈਂਡ ਦੇ ਉੱਤੇ ਵੀ ਲਗਾਏ, ਕੈਨਲ ਵਾਟਰ ਜਿਹੜੀਆਂ ਉਹਨਾਂ ਦੇ ਉੱਤੇ ਵੀ ਟੈਕਸ ਲਗਾਏ, ਸਾਲਟ ਦੇ ਉੱਤੇ ਵੀ, ਟ੍ਰੇਡ ਗੁੱਡਸ ਦੇ ਉੱਤੇ ਵੀ, ਦੈਨ ਐਨੀਮਲਸ ਦੇ ਉੱਤੇ ਵੀ ਉਹਨਾਂ ਨੇ ਟੈਕਸ ਲਗਾ ਦਿੱਤੇ। They were now prevented from entering many forests that had earlier provided valuable forage for their cattle. ਹੁਣ ਉਹਨਾਂ ਨੂੰ ਰੋਕ ਲਗਾ ਦਿੱਤੀ ਗਈ ਪੈਸਟਲਿਸਟ 'ਤੇ ਕਿ ਜੋ ਆਪਣੀ ਮਰਜ਼ੀ ਦੇ ਨਾਲ ਕਿਤੇ ਵੀ ਜਾ ਕੇ ਆਪਣੇ ਪਸ਼ੂਆਂ ਨੂੰ ਚਰਾ ਨਹੀਂ ਸਕਦੇ। How did these changes affect the lives of pesticides? ਹੁਣ ਇਹਨਾਂ ਸਾਰੀਆਂ ਚੀਜ਼ਾਂ ਦਾ ਪੈਸਟਲਿਸਟ ਦੇ ਉੱਤੇ ਕੀ ਅਸਰ ਪਿਆ? First is these measures led to a serious shortage of pastures. ਹੁਣ ਇਹਦੇ ਨਾਲ ਕੀ ਹੋਇਆ, ਜੇ ਉਹ ਜਾ ਹੀ ਨਹੀਂ ਸਕਦੇ, ਆਪਣੇ ਪਸ਼ੂਆਂ ਨੂੰ ਚਰਾ ਹੀ ਨਹੀਂ ਸਕਦੇ, ਉਹਨਾਂ ਦੇ ਕੋਲ ਜਿਹੜੀ ਚਾਰੇ ਦੀ ਉਹ ਕਮੀ ਆ ਗਈ ਪੈਸਟਲਿਸਟ ਦੇ ਕੋਲ। ਕੰਟੀਨਿਊਸ ਇੰਟੈਂਸਿਵ ਗ੍ਰੇਜ਼ਿੰਗ ਆਫ ਲਿਮਿਟਿਡ ਪਾਸਚਰਸ। ਹੁਣ ਜਿਹੜਾ ਉਹਨਾਂ ਨੂੰ ਲਿਮਿਟਿਡ ਜਿਹਾ ਏਰੀਆ ਦੇ ਵੀ ਦਿੱਤਾ ਗਿਆ ਕਿ ਇਸ ਏਰੀਆ ਦੇ ਵਿੱਚ ਹੀ ਤੁਸੀਂ ਆਪਣੇ ਪਸ਼ੂ ਚਰਾਣੇ ਆ, ਦੈਨ ਉਹ ਏਰੀਆ ਦੇ ਵਿੱਚ ਇੰਟੈਂਸਿਵ ਮਤਲਬ ਬਹੁਤ ਜ਼ਿਆਦਾ ਗ੍ਰੇਜ਼ਿੰਗ, ਬਹੁਤ ਜ਼ਿਆਦਾ ਉੱਥੇ ਉਸੇ ਏਰੀਆ ਦੇ ਵਿੱਚ ਉਹ ਗ੍ਰੇਜ਼ਿੰਗ ਕਰਦੇ ਸੀਗੇ। ਪਹਿਲਾਂ ਤਾਂ ਉਹ ਕੀ ਕਰਦੇ ਸੀ, ਇੱਕ ਜਗ੍ਹਾ ਦੇ ਉੱਤੇ ਗ੍ਰੇਜ਼ਿੰਗ ਕਰਦੇ ਸੀ, ਅੱਗੇ ਮੂਵ ਕਰ ਜਾਂਦੇ ਸੀ, ਬਟ ਉਹਨਾਂ ਨੂੰ ਇੱਕੋ ਜਗ੍ਹਾ ਦੇ ਉੱਤੇ ਹੁਣ ਗ੍ਰੇਜ਼ਿੰਗ ਕਰਨੀ ਪੈ ਰਹੀ ਆ। ਇਹਦੇ ਨਾਲ ਕੀ ਹੋਇਆ, ਜਿਹੜੀ ਉੱਥੇ ਦੀ ਜਿਹੜੀ ਲਿਮਿਟਿਡ ਲੈਂਡ ਆ ਜਿੱਥੇ ਬਾਰ-ਬਾਰ ਉਹ ਚਰਾ ਰਹੇ ਆਪਣੇ ਪਸ਼ੂਆਂ ਨੂੰ, ਉਹ ਧਰਤੀ ਜਿਹੜੀ ਆ ਉਹ ਉਪਜਾਊ ਨਹੀਂ ਰਹੀ ਅਤੇ ਉੱਥੇ ਪਾਸਚਰ ਦੀ ਵੀ ਕਮੀ ਆਉਣ ਲੱਗ ਗਈ। ਸ਼ਾਰਟੇਜ ਆਫ ਫੋਰੇਜ ਫॉर ਐਨੀਮਲਸ ਐਂਡ ਦਾ ਡੈਟੋਰੇਸ਼ਨ ਆਫ ਐਨੀਮਲ ਸਟਾਕ। ਹੁਣ ਇਹਦੇ ਨਾਲ ਕੀ ਹੋਇਆ, ਅਗਰ ਚਾਰਾ ਦੀ ਕਿਸਮ ਹੀ ਖਤਮ ਹੋ ਜਾਊਗੀ ਉਸ ਧਰਤੀ ਤੋਂ, ਅਤੇ ਉਹਨਾਂ ਨੂੰ ਚਾਰਾ ਨਹੀਂ ਮਿਲ ਪਾਏਗਾ ਆਪਣੇ ਐਨੀਮਲਸ ਵਾਸਤੇ। ਅੰਡਰਫੈਡ ਕੈਟਲ ਡਾਈਡ ਇਨ ਲਾਰਜ ਨੰਬਰਸ ਡਿਊਰਿੰਗ ਸਕਾਰਸਿਟੀਜ਼ ਐਂਡ ਫੈਮਾਈਨਸ। ਹੁਣ ਜਿਹੜੇ ਉਹਨਾਂ ਦੇ ਕੈਟਲ ਸੀ, ਉਹਨਾਂ ਦੇ ਪਸ਼ੂ ਸੀਗੇ, ਅੰਡਰਫੈਡ ਮਤਲਬ ਉਹਨਾਂ ਨੂੰ ਪੂਰਾ ਚਾਰਾ ਨਹੀਂ ਮਿਲ ਪਾਉਂਦਾ ਸੀਗਾ, ਅਤੇ ਲਾਰਜ ਨੰਬਰ ਆਫ ਜਿਹੜੇ ਉਹਨਾਂ ਦੇ ਪਸ਼ੂ ਸੀਗੇ
ਜਿਹੜੇ ਫੈਮਾਈਨਸ ਆਉਣ ਦੇ ਨਾਲ ਮਤਲਬ ਕਿ ਚਾਰਾ ਨਹੀਂ ਮਿਲ ਰਿਹਾ ਉਹਨਾਂ ਨੂੰ, ਸੋਖਾ ਪੈ ਗਿਆ ਜਾਂ ਫਿਰ ਆਪਾਂ ਕਹਿ ਸਕਦੇ ਹਾਂ, ਦੈਨ ਉਹਦੇ ਨਾਲ ਕੀ ਹੋਇਆ, ਉਹਨਾਂ ਦੇ ਬਹੁਤ ਸਾਰੇ ਪਸ਼ੂ ਜਿਹੜੇ ਆ ਮਰ ਗਏ। ਹਾਊ ਡਿਡ ਦ ਪੈਸਟਲਿਸਟ ਕੋਪ ਵਿਦ ਦੀਜ਼ ਚੇਂਜਿਸ। ਹੁਣ ਜਿਹੜੇ ਪੈਸਟਲਿਸਟ ਸੀ ਉਹਨਾਂ ਨੇ ਇਸ ਸਾਰੀ ਸਿਚੁਏਸ਼ਨ ਤੋਂ ਕਿੱਦਾਂ ਨਿਜਾਤ ਪਾਈ, ਕੀ ਕੀਤਾ। ਪੈਸਟਲਿਸਟ ਰਿਐਕਟਡ ਟੂ ਦੀਜ਼ ਚੇਂਜਿਸ ਇਨ ਅ ਵੈਰਾਈਟੀ ਆਫ ਵੇਜ਼। ਉਹਨਾਂ ਨੇ ਅਲੱਗ-ਅਲੱਗ ਤਰੀਕਿਆਂ ਦੇ ਨਾਲ ਇਸ ਸਿਚੁਏਸ਼ਨ ਨੂੰ ਦੇ ਵਿੱਚੋਂ ਨਿਕਲਣ ਦਾ ਜਿਹੜਾ ਯਤਨ ਕੀਤਾ ਪੈਸਟਲਿਸਟ ਨੇ। ਫਰਸਟ, ਸਮ ਰਿਡਿਊਸ ਦ ਨੰਬਰ ਆਫ ਕੈਟਲ ਇਨ ਦੇਅਰ ਹਰਟਸ। ਹੁਣ ਕਈਆਂ ਨੇ ਕੀ ਕੀਤਾ, ਆਪਣੇ ਕੈਟਲ ਦਾ, ਆਪਣੇ ਪਸ਼ੂਆਂ ਦਾ ਜਿਹੜੀ ਗਿਣਤੀ ਉਹ ਘਟਾਤੀ, ਕਿਉਂਕਿ ਬਹੁਤ ਸਾਰੇ ਅਗਰ ਉਹ ਜਾਨਵਰ ਰੱਖਣਗੇ ਉਹਨਾਂ ਨੂੰ ਚਾਰਾ ਦੇਣ ਦੀ ਪ੍ਰੋਬਲਮ ਆਏਗੀ, ਇਸ ਕਰਕੇ ਉਹਨਾਂ ਨੇ ਪਸ਼ੂਆਂ ਦੀ ਗਿਣਤੀ ਜਿਹੜੀ ਉਹ ਘਟਾ ਦਿੱਤੀ। ਅਦਰ ਡਿਸਕਵਰਡ ਨਿਊ ਪਾਸਚਰਸ ਵੈਨ ਮੂਵਮੈਂਟ ਟੂ ਓਲਡ ਗ੍ਰੈਜ਼ਿੰਗ ਗਰਾਊਂਡਸ ਬਿਕੇਮ ਡਿਫਿਕਲਟ। ਕੁਛ ਜਿਹੜੇ ਸੀਗੇ ਪੈਸਟਲਿਸਟ ਉਹਨਾਂ ਨੇ ਕੀ ਕੀਤਾ, ਮੂਵਮੈਂਟ ਕਰਨੀ ਸ਼ੁਰੂ ਕਰ ਦਿੱਤੀ, ਕਿਤੇ ਹੋਰ ਜਾਣਾ ਸ਼ੁਰੂ ਕਰ ਦਿੱਤਾ ਜਿੱਥੇ ਉਹਨਾਂ ਨੂੰ ਚਾਰਾ ਮਿਲ ਸਕਦਾ ਸੀਗਾ। Some richer pastoralists began buying land and settling down, giving up their nomadic life. ਹੁਣ ਜਿਹੜੇ ਤਾਂ ਕੁਝ ਪੈਸਟਲਿਸਟ ਜਿਹੜੇ ਰਿਚ ਸੀ, ਜਿਹਨਾਂ ਕੋਲ ਪੈਸਾ ਧੇਲਾ ਸੀਗਾ ਥੋੜ੍ਹਾ ਬਹੁਤ, ਉਹਨਾਂ ਨੇ ਕੀ ਕੀਤਾ, ਆਪਣੇ ਜਿਹੜੇ ਡੰਗਰ ਵਗੈਰਾ ਸੀ, ਪਸ਼ੂ ਵਗੈਰਾ ਵੇਚ ਦਿੱਤੇ ਅਤੇ ਆਪਣੀ ਨੋਮੈਡਿਕ ਲਾਈਫ ਤੋਂ ਛੁਟਕਾਰਾ ਪਾ ਕੇ ਹੋਰ ਜਿਹੜੇ ਕੰਮ ਧੰਦੇ ਸ਼ੁਰੂ ਕਰ ਦਿੱਤੇ। ਸਮ ਬਿਕੇਮ ਸੈਟਲ ਪੀਸੈਂਟਸ ਕਲਟੀਵੇਟਿੰਗ ਲੈਂਡ। ਕੁਛ ਜਿਹੜੇ ਆ ਉਹ ਸੈਟਲ ਪੀਸੈਂਟ ਮਤਲਬ ਉਹ ਫਾਰਮਿੰਗ ਕਰਨੀ ਉਹਨਾਂ ਨੇ ਸ਼ੁਰੂ ਕਰ ਦਿੱਤੀ। ਉਹਨਾਂ ਨੇ ਵੀ ਕੀ ਕੀਤਾ, ਨੋਮੈਡਿਕ ਲਾਈਫ ਤਿਆਗ ਦਿੱਤੀ ਅਤੇ ਆਪਣਾ ਕਿਸਾਨੀ ਦਾ ਕੰਮ ਉਹਨਾਂ ਨੇ ਸ਼ੁਰੂ ਕਰ ਦਿੱਤਾ। ਮੈਨੀ ਪੂਅਰ ਪੈਸਟਲਿਸਟ ਬੋਰੋਡ ਮਨੀ ਫਰੋਮ ਮਨੀ ਲੈਂਡਰਸ ਟੂ ਸਰਵਾਈਵ। ਹੁਣ ਜਿਹੜੇ ਵਿਚਾਰੇ ਗਰੀਬ ਪੈਸਟਲਿਸਟ ਸੀ ਉਹਨਾਂ ਨੇ ਕੀ ਕੀਤਾ, ਜਿਹੜੇ ਮਨੀ ਲੈਂਡਰ ਸੀਗੇ, ਜ਼ਮੀਨਦਾਰ ਸੀਗੇ, ਉਹਨਾਂ ਤੋਂ ਪੈਸੇ ਉਧਾਰੇ ਲੈ ਕੇ ਗੁਜ਼ਾਰਾ ਕਰਨਾ ਸ਼ੁਰੂ ਕੀਤਾ। ਸੋ ਇਹ ਸਾਰੀਆਂ ਸਿਚੁਏਸ਼ਨਸ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਅਤੇ ਇਹਨਾਂ ਸਿਚੁਏਸ਼ਨਸ ਤੋਂ ਬਾਹਰ ਨਿਕਲਣ ਵਾਸਤੇ ਉਹਨਾਂ ਨੇ ਇਹ ਜਿਹੜੇ ਤਰੀਕੇ ਆ ਅਲੱਗ-ਅਲੱਗ ਜੋ ਵੀ ਉਹਨਾਂ ਨੂੰ ਸਹੀ ਲੱਗੇ ਉਹਨਾਂ ਨੇ अपनाए। Such changes were not experienced only by pastoral communities in India. In many other parts of the world, new laws and settlement patterns forced pastoral communities to alter their lives. ਹੁਣ ਕਹਿੰਦੇ ਇਹ ਜਿਹੜੀ ਸਿਚੁਏਸ਼ਨ ਸੀ ਉਹ ਸਿਰਫ ਇੰਡੀਆ ਦੇ ਪੈਸਟਰਲਸ ਦੇ ਨਾਲ ਹੀ ਨਹੀਂ ਹੋਈ, ਇੰਡੀਆ ਤੋਂ ਬਾਹਰ ਰਹਿਣ ਵਾਲੇ ਹੋਰ ਮੁਲਕਾਂ ਦੇ ਵਿੱਚ ਜਿਹੜੇ ਪੈਸਟਰਲ ਸੀ ਉਹਨਾਂ ਦੇ ਨਾਲ ਵੀ ਇਹ ਸਿਚੁਏਸ਼ਨਸ ਆਈਆਂ। ਉਹਨਾਂ ਦੀ ਜਿਹੜੀ ਪੈਸਟਰਲ ਕਮਿਊਨਿਟੀ ਸੀ ਉਹਨਾਂ ਨੂੰ ਵੀ ਜਿਹੜੀਆਂ ਪ੍ਰੋਬਲਮਸ ਦਾ ਸਾਹਮਣਾ ਕਰਨਾ ਪਿਆ। ਹਾਊ ਡਿਡ ਪੈਸਟਰਲ ਕਮਿਊਨਿਟੀਜ਼ ਐਲਸਵੇਅਰ ਕੋਪ ਵਿਦ ਦੀਜ਼ ਚੇਂਜਿਸ ਇਨ ਦਾ ਮਾਡਰਨ ਵਰਲਡ। ਹੁਣ ਅੱਜ ਦੇ ਮਾਡਰਨ ਵਰਲਡ ਮਤਲਬ ਅੱਜ ਦੇ ਜੋ ਟਾਈਮ ਦੇ ਵਿੱਚ ਜਿਹੜੇ ਪੈਸਟਲਿਸਟ ਆ ਇੰਡੀਆ ਤੋਂ ਬਾਹਰ ਦੇ ਜਿਹੜੇ, ਉਹਨਾਂ ਨੇ ਕੀ ਕੀਤਾ, ਉਹਨਾਂ ਦੇ ਨਾਲ ਕੀ ਹੋਇਆ। ਇੱਦਾਂ ਹੀ ਸਿਚੁਏਸ਼ਨਸ ਹੋਈਆਂ ਹੋਣਗੀਆਂ ਕਿ ਪਹਿਲਾਂ ਉਹ ਬੜੇ ਚੰਗੇ ਤਰੀਕੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਜਿੱਥੇ ਵੀ ਆ ਰਹੇ ਨੇ, ਜਾ ਰਹੇ ਨੇ, ਗਰੇਜ਼ਿੰਗ ਕਰਵਾ ਰਹੇ ਨੇ ਆਪਣੇ ਪਸ਼ੂਆਂ ਨੂੰ। ਦੈਨ ਬਾਅਦ ਦੇ ਵਿੱਚ ਜਦੋਂ ਬ੍ਰਿਟਿਸ਼ਰਸ ਆਏ ਆ ਅਤੇ ਉਹਨਾਂ ਦੀਆਂ ਮੂਵਮੈਂਟਸ ਜਿਹੜੀਆਂ ਲਿਮਿਟਿਡ ਕਰ ਦਿੱਤੀਆਂ ਗਈਆਂ, ਉਹਨਾਂ ਨੂੰ ਟੈਕਸਿਸ ਦੇਣੇ ਪਏ। ਇੱਦਾਂ ਹੀ ਜਿਹੜੀ ਸਿਚੁਏਸ਼ਨ ਆ ਉਹ ਇੰਡੀਆ ਤੋਂ ਬਾਹਰ ਰਹਿਣ ਵਾਲੇ ਪੈਸਟਲਿਸਟ ਦੇ ਵਿੱਚ ਨਾਲ ਵੀ ਹੋਈ। ਉਹ ਕੀ ਸੀਗੀ, ਉਹ ਅਸੀਂ ਹੁਣ ਨੈਕਸਟ ਲੈਕਚਰ ਦੇ ਵਿੱਚ ਰੀਡ ਕਰਾਂਗੇ। ਕਿਹੜੀਆਂ ਹੋਰ ਜਿਹੜੀਆਂ ਜਗ੍ਹਾਵਾਂ ਦੀ ਅਸੀਂ ਇਸ ਚੈਪਟਰ ਦੇ ਵਿੱਚ ਜ਼ਿਕਰ ਕਰਨਾ ਆ। ਇੰਡੀਆ ਦੀ ਆਪਾਂ ਗੱਲ ਕਰ ਲਈ ਆ, ਹੁਣ ਇਹਦੇ ਵਿੱਚ ਤੁਸੀਂ ਯਾਦ ਰੱਖਣਾ ਹੈ ਕਿ ਕਿਹੜੇ ਆਪਾਂ ਗਰੁੱਪਸ ਦੀ ਡਿਸਕਸ਼ਨ ਕੀਤੀ ਹੈ। ਠੀਕ ਹੈ, ਦਿਸ ਇਜ਼ ਅ ਵੈਰੀ ਇੰਪੋਰਟੈਂਟ ਚੈਪਟਰ ਸਟੂਡੈਂਟਸ। ਸੋ ਧਿਆਨ ਦੇ ਨਾਲ ਤੁਸੀਂ ਮਾਈਂਡ ਦੇ ਵਿੱਚ ਗੱਲਾਂ ਰੱਖਣੀਆਂ। ਬਹੁਤ ਹੀ ਇੰਟਰਸਟਿੰਗ ਚੈਪਟਰ ਹੈ ਮੈਨੂੰ ਤਾਂ ਲੱਗਦਾ ਆ। ਸੋ ਤੁਸੀਂ ਵੀ ਇੰਟਰਸਟ ਦੇ ਨਾਲ ਹੀ ਇਹਨੂੰ ਰੀਡ ਕਰਨਾ ਆ। ਸੋ ਮਿਲਦੇ ਹਾਂ ਨੈਕਸਟ ਵੀਕ ਦੇ ਨੈਕਸਟ ਪਾਰਟ ਦੇ ਨਾਲ। ਟਿਲ ਦੈਨ ਟੇਕ ਕੇਅਰ ਆਫ ਯੂਰਸੈਲਵਸ। ਥੈਂਕ ਯੂ।